सत श्री अकाल, तुसी वेख रहे हो पंजाब मेल यूएसए टीवी। मैं कमलप्रीत सिंह ते लैके हाजिर हाँ दुनिया भर दियां ताज़ा तरीन खबरां। शुरुआत हैडलाइंस नाल। एक अमरीकी रिपोर्ट अनुसार वुहान लैब चों ही लीक होया कोरोना, चीनी विग्यानियों ने कीता सी तैयार। शहीद उधम सिंह दे शहीदी दिहाड़े मौके दित्तियां गईयां श्रद्धांजलियां। यूनाइटेड अरब अमीरात ने भारतीय उड़ानां ते लगी पाबंदी हटाई, भलके तो मिलेगी यात्रा दी इजाजत। अत सुरक्षा वाली पेंटागन इमारत दे बाहर वार, शक्की हमलावर वल्लों कीते घात ला के हमले विच पुलिस अफसर दी मौत। धी वल्लों ओलंपिक तमगा जितन उपरंत मां ने दुनिया नूं कहा अलविदा। ਅਤੇ ਭਾਰਤੀ ਅਮਰੀਕੀ ਡਾਕਟਰਾਂ ਨੇ ਭਾਰਤ ਦੀ ਮਦਦ ਲਈ ਜੁਟਾਏ $50 ਲੱਖ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੋਰੋਨਾ ਵਾਇਰਸ ਦੀ ਉਤਪਤੀ ਬਾਰੇ ਇੱਕ ਅਮਰੀਕੀ ਰਿਪੋਰਟ ਵਿੱਚ ਸਨਸਨੀਖੇਜ਼ ਖੁਲਾਸਾ ਕੀਤਾ ਗਿਆ ਹੈ। ਅਮਰੀਕੀ ਰਿਪਬਲਿਕਨ ਪਾਰਟੀ ਦੁਆਰਾ ਜਾਰੀ ਕੀਤੀ ਗਈ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਚੀਨ ਦੀ ਲੈਬ ਤੋਂ ਕੋਰੋਨਾ ਦੇ ਲੀਕ ਹੋਣ ਦੇ ਬਹੁਤ ਸਾਰੇ ਸਬੂਤ ਹਨ। ਰਿਪੋਰਟ ਕਹਿੰਦੀ ਹੈ ਕਿ ਵੁਹਾਨ ਲੈਬ ਤੋਂ ਨਾ ਸਿਰਫ ਇਹ ਵਾਇਰਸ ਲੀਕ ਹੋਇਆ, ਬਲਕਿ ਚੀਨੀ ਵਿਗਿਆਨੀਆਂ ਨੇ ਮਨੁੱਖਾਂ ਨੂੰ ਸੰਕਰਮਿਤ ਕਰਨ ਲਈ ਇਸ ਵਾਇਰਸ ਨੂੰ ਮੋਡੀਫਾਈ ਵੀ ਕੀਤਾ। ਸੀਨੀਅਰ ਰਿਪਬਲਿਕਨ ਨੇਤਾ ਮਾਈਕ ਮੈਕਕਾਲ ਨੇ ਕੋਰੋਨਾ ਦੀ ਉਤਪਤੀ ਬਾਰੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਹਾਲਾਂਕਿ ਰਿਪਬਲਿਕਨ ਪਾਰਟੀ ਦਾ ਇਹ ਨਤੀਜਾ ਅਮਰੀਕੀ ਸੁਰੱਖਿਆ ਏਜੰਸੀਆਂ ਤੋਂ ਵੱਖਰਾ ਹੈ। ਫਿਲਹਾਲ ਯੂਐਸ ਸੁਰੱਖਿਆ ਏਜੰਸੀਆਂ ਕੋਰੋਨਾ ਦੀ ਉਤਪਤੀ ਬਾਰੇ ਕਿਸੇ ਸਿੱਟੇ ਉੱਤੇ ਨਹੀਂ ਪਹੁੰਚੀਆਂ ਹਨ। ਪਿਛਲੇ ਮਈ ਮਹੀਨੇ ਵਿੱਚ ਯੂਐਸ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਯੂਐਸ ਦੀ ਖੂਫੀਆ ਏਜੰਸੀਆਂ ਨੂੰ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਦੀ ਜਾਂਚ ਦੇ ਆਪਣੇ ਯਤਨਾਂ ਨੂੰ ਦੁੱਗਣਾ ਕਰਨ ਲਈ ਕਿਹਾ ਸੀ। ਉਹਨਾਂ ਕਿਹਾ ਸੀ ਕਿ ਇਹ ਸਿੱਟਾ ਕੱਢਣ ਲਈ ਨਾਕਾਫੀ ਸਬੂਤ ਹਨ ਕਿ ਕੀ ਇਹ ਕਿਸੇ ਸੰਕਰਮਿਤ ਜਾਨਵਰ ਦੇ ਮਨੁੱਖੀ ਸੰਪਰਕ ਤੋਂ ਉਭਰਿਆ ਜਾਂ ਪ੍ਰਯੋਗਸ਼ਾਲਾ ਦੁਰਘਟਨਾ ਤੋਂ ਉਭਰਿਆ। ਬਾਈਡਨ ਨੇ ਅਮਰੀਕੀ ਖੁਫੀਆ ਏਜੰਸੀਆਂ ਨੂੰ 90 ਦਿਨਾਂ ਦੇ ਅੰਦਰ ਰਿਪੋਰਟ ਦੇਣ ਲਈ ਕਿਹਾ ਸੀ। ਉਹਨਾਂ ਨੇ ਯੂਐਸ ਦੀਆਂ ਰਾਸ਼ਟਰੀ ਪ੍ਰਯੋਗਸ਼ਾਲਾਵਾਂ ਨੂੰ ਜਾਂਚ ਵਿੱਚ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ ਅਤੇ ਚੀਨ ਨੂੰ ਮਹਾਮਾਰੀ ਦੀ ਸ਼ੁਰੂਆਤ ਬਾਰੇ ਅੰਤਰਰਾਸ਼ਟਰੀ ਜਾਂਚਾਂ ਵਿੱਚ ਸਹਿਯੋਗ ਕਰਨ ਲਈ ਕਿਹਾ ਸੀ। ਤੁਹਾਨੂੰ ਦੱਸ ਦਈਏ ਕਿ ਚੀਨ ਲਗਾਤਾਰ ਇਹਨਾਂ ਦੋਸ਼ਾਂ ਦਾ ਵਿਰੋਧ ਕਰਦਾ ਆ ਰਿਹਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੋਰੋਨਾ ਨੂੰ ਚੀਨੀ ਵਾਇਰਸ ਕਹਿਣ ਤੇ ਸਖਤ ਇਤਰਾਜ਼ ਦਰਜ ਕੀਤਾ ਗਿਆ ਸੀ। ਇੱਥੋਂ ਤੱਕ ਕਿ ਚੀਨ ਨੇ ਵੀ ਕੋਰੋਨਾ ਨੂੰ ਲੈ ਕੇ ਅਮਰੀਕਾ ਤੇ ਕਈ ਦੋਸ਼ ਲਗਾਏ ਸਨ। ਸ਼ਹੀਦ ਉਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਨਾਰਥ ਅਮਰੀਕਾ ਵੱਲੋਂ ਸ਼ਹੀਦ ਉਧਮ ਸਿੰਘ ਦਾ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸ਼ਹੀਦ ਉਧਮ ਸਿੰਘ ਦੇ ਜੀਵਨ ਇਤਿਹਾਸ ਬਾਰੇ ਚਾਨਣਾ ਪਾਇਆ। ਮੁੱਖ ਬੁਲਾਰਿਆਂ ਵਿੱਚ ਗੁਲਿੰਦਰ ਗਿੱਲ, ਚਰਨ ਸਿੰਘ ਜੱਜ, ਗੁਰਜਤਿੰਦਰ ਸਿੰਘ ਰੰਧਾਵਾ ਅਤੇ ਜਨਕ ਰਾਜ ਸਿਧਰਾ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ਵਿੱਚ ਸੰਸਥਾ ਦੇ ਪ੍ਰਧਾਨ ਗੁਲਿੰਦਰ ਗਿੱਲ ਨੇ ਸ਼ਹੀਦ ਉਧਮ ਸਿੰਘ ਦੀ ਜੀਵਨੀ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਦੀ ਵਚਨਬੱਧਤਾ ਦੁਹਰਾਈ। ਸੰਸਥਾ ਦੇ ਸਰਪ੍ਰਸਤ ਚਰਨ ਸਿੰਘ ਜੱਜ ਨੇ ਸ਼ਹੀਦ ਉਧਮ ਸਿੰਘ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਦੇ ਜੀਵਨ ਸੰਘਰਸ਼ ਨੂੰ ਵਿਸਥਾਰ ਨਾਲ ਬਿਆਨਿਆ। ਪੰਜਾਬ ਮੇਲ ਯੂਐਸਏ ਟੀਵੀ ਦੇ ਐਮਡੀ ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼ਹੀਦ ਉਧਮ ਸਿੰਘ ਦੇ ਸੁਪਨੇ ਹਾਲੇ ਵੀ ਅਧੂਰੇ ਹਨ। ਭਾਵੇਂ ਭਾਰਤ 75 ਸਾਲ ਪਹਿਲਾਂ ਆਜ਼ਾਦ ਹੋ ਗਿਆ ਹੈ, ਪਰ ਆਮ ਲੋਕਾਂ ਨੂੰ ਹਾਲੇ ਵੀ ਸੰਪੂਰਨ ਆਜ਼ਾਦੀ ਦਾ ਨਿੱਘ ਨਹੀਂ ਮਿਲਿਆ। ਸ਼ਹੀਦਾਂ ਦੀਆਂ ਕੁਰਬਾਨੀਆਂ ਅਜਾਈ ਜਾ ਰਹੀਆਂ ਹਨ। ਸੰਸਥਾ ਦੇ ਸੈਕਟਰੀ ਜਨਕ ਰਾਜ ਸਿਧਰਾ ਨੇ ਜਿੱਥੇ ਸ਼ਹੀਦ ਉਧਮ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ, ਉੱਥੇ ਸਟੇਜ ਦੀ ਸੇਵਾ ਵੀ ਬਖੂਬੀ ਨਿਭਾਈ। ਇਸ ਸਮਾਗਮ ਦੌਰਾਨ ਜਿੱਥੇ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ, ਉੱਥੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਵੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਹੋਇਆ। ਕਿਸਾਨ ਜਥੇਬੰਦੀਆਂ ਦੀ ਤਾਰੀਫ ਕੀਤੀ ਗਈ ਅਤੇ ਚੱਲ ਰਹੇ ਸ਼ਾਂਤਮਈ ਅੰਦੋਲਨ ਨੂੰ ਭਰਪੂਰ ਹਮਾਇਤ ਦਿੱਤੀ ਗਈ ਤੇ ਇਹ ਫੈਸਲਾ ਕੀਤਾ ਗਿਆ ਕਿ ਜਲਦ ਹੀ ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ਲਈ ਵੱਡੀ ਸਹਾਇਤਾ ਭੇਜੀ ਜਾਵੇਗੀ। ਜ਼ਿਕਰਯੋਗ ਹੈ ਕਿ ਸੰਸਥਾ ਵੱਲੋਂ ਪਿਛਲੇ ਲਗਭਗ 30 ਸਾਲਾਂ ਤੋਂ ਗਦਰੀ ਬਾਬਿਆਂ ਸਮੇਤ ਹੋਰਨਾਂ ਸ਼ਹੀਦਾਂ ਦੇ ਸਾਲਾਨਾ ਸਮਾਗਮ ਕਰਵਾਏ ਜਾਂਦੇ ਹਨ, ਜਿੱਥੇ ਵਿਸ਼ਵ ਭਰ ਤੋਂ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੂੰ ਸੱਦ ਕੇ ਉਹਨਾਂ ਦੇ ਵਿਚਾਰ ਸੁਣੇ ਜਾਂਦੇ ਰਹੇ ਹਨ। ਪਰ ਇਸ ਵਾਰ ਕੋਵਿਡ ਮਹਾਮਾਰੀ ਕਰਕੇ ਉਹ ਵਿਦਵਾਨ ਅਤੇ ਪਤਵੰਤੇ ਸੱਜਣ ਇੱਥੇ ਨਹੀਂ ਪਹੁੰਚ ਸਕੇ ਤੇ ਇਸ ਵਾਰ ਸਮਾਗਮ ਨੂੰ ਥੋੜਾ ਸੰਖੇਪ ਰੂਪ ਦਿੱਤਾ ਗਿਆ। ਸੰਸਥਾ ਵੱਲੋਂ ਐਲਾਨ ਕੀਤਾ ਗਿਆ ਕਿ ਜੇ ਹਾਲਾਤ ਠੀਕ ਰਹੇ ਤਾਂ ਨਵੰਬਰ ਮਹੀਨੇ ਵਿੱਚ ਵੱਡਾ ਸਮਾਗਮ ਆਯੋਜਿਤ ਕੀਤਾ ਜਾਵੇਗਾ। ਸਾਡੀ ਆਰਗੇਨਾਈਜੇਸ਼ਨ ਦਾ ਨਾਮ ਸ਼ਹੀਦ ਉਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਨਾਰਥ ਅਮਰੀਕਾ ਹੈ ਤੇ ਸਾਡਾ ਫਰਜ਼ ਵੀ ਬਣਦਾ ਕਿ ਐਡੇ ਵੱਡੇ ਸ਼ਹੀਦ ਦਾ ਦਿਨ ਮਟਾਇਰ ਡੇ ਨੂੰ ਉੱਥੇ ਸ਼ਰਧਾਂਜਲੀ ਉਹਨਾਂ ਨੂੰ ਜ਼ਰੂਰ ਦਿੱਤੀ ਜਾਵੇ। ਬਾਕੀ ਸਾਰਿਆਂ ਵੱਲੋਂ ਵੀ ਇਹ ਜਾਗਰਤੀ ਸਾਨੂੰ ਅਸਲ ਦੇ ਵਿੱਚ ਆਉਂਦੀਆਂ ਪੀੜ੍ਹੀਆਂ ਨੂੰ ਵੀ ਦੇਣੇ ਦੀ ਬਹੁਤ ਜ਼ਰੂਰਤ ਹੈ। ਕੋਈ ਇਨਸਾਨ ਇੱਦਾਂ ਦਾ ਹੁੰਦਾ ਜਿਹਦੇ ਜਜ਼ਬੇ ਹੀ ਇੱਦਾਂ ਦੇ ਹੁੰਦੇ ਆ ਤੇ ਆਜ਼ਾਦੀ ਵੱਲ ਨੂੰ ਜਿਸ ਤਰੀਕੇ ਨਾਲ ਉਧਮ ਸਿੰਘ ਜੀ ਗਏ ਆ, ਇਹ ਬਹੁਤ ਮਿਸਾਲ ਆ, ਇੱਕ ਬਹੁਤ ਵੱਡੀ ਗੱਲ ਹੈ ਕਿ ਕਿੱਥੋਂ ਉੱਠ ਕੇ ਕਿੱਥੋਂ ਉਹਨਾਂ ਨੂੰ ਗਿਆਨ ਇਸ ਚੀਜ਼ ਦਾ ਹੋਇਆ ਕਿ ਆਜ਼ਾਦੀ ਵੱਲ ਨੂੰ ਚੱਲਣਾ।
ਜ਼ਿਆਦਾ ਤੌਰ ਤੇ ਐਕਚੁਅਲੀ ਉਹ ਪ੍ਰਭਾਵਿਤ ਭਗਤ ਸਿੰਘ ਜੀ ਕੋਲੋਂ ਸੀਗੇ। ਭਗਤ ਸਿੰਘ ਦੇ ਹੀ ਸ਼ਾਗਿਰਦ ਸੀ। ਇਨਫੈਕਟ ਇੱਕ ਵਾਰ ਤੇ ਉਹਨਾਂ ਨੇ ਐਮੂਨੀਸ਼ਨ ਤੇ ਪਿਸਟਲ ਵਗੈਰਾ ਲਿਆ ਕੇ ਭਗਤ ਸਿੰਘ ਨੂੰ ਖੁਦ ਦਿੱਤੇ। 25 ਬੰਦਿਆਂ ਦੇ ਨਾਲ ਉਹ ਆਪ ਆਏ ਬਾਹਰੋਂ ਜਿਹੜੇ ਦਿੱਤੇ, ਤੇ ਉਸ ਵੇਲੇ ਉਹ ਅਰੈਸਟ ਵੀ ਹੋਏ। ਇਹ ਸਰਗਰਮੀਆਂ ਓਬਵੀਅਸਲੀ ਸਾਰੇ ਜਾਣਦੇ ਆ ਕਿ ਜਲਿਆਂਵਾਲੇ ਵਾਲੇ ਬਾਗ ਤੋਂ ਬਾਅਦ ਹੀ ਉਹਨੇ ਮਨ 'ਚ ਧਾਰ ਲਿਆ ਕਿ ਮਾਈਕਲ ਓਡਾਇਰ ਨੂੰ ਡੈਫੀਨਿਟਲੀ ਜੀਣਾ ਨਹੀਂ ਚਾਹੀਦਾ, ਕਿ ਮੈਂ ਕੁਛ ਨਾ ਕੁਛ ਇਹਦੇ ਬਾਰੇ ਕਰਾਂਗਾ। ਇਹ ਗੱਲ ਉਹਨੇ ਜਿਸ ਵੇਲੇ ਅਰੈਸਟ ਵੀ ਹੋ ਗਿਆ ਇੰਗਲੈਂਡ ਦੇ ਵਿੱਚ, ਉਹ ਤੋਂ ਬਾਅਦ ਵੀ ਇਹੀ ਗੱਲਾਂ ਕਹੀਆਂ ਕਿ ਤੂੰ ਕਿਉਂ ਕੀਤਾ। ਉਹਨੂੰ ਸਵਾਲ ਪੁੱਛਿਆ ਗਿਆ, ਉਹਨੇ ਉਹਦਾ ਜਵਾਬ ਬਹੁਤ ਵਧੀਆ ਦਿੱਤਾ ਕਿ ਤੁਸੀਂ ਸਾਨੂੰ ਸਪਰੈਸ ਕਰਦੇ ਰਹੇ, ਸਾਡੇ ਗਰੀਬ ਲੋਕ ਉੱਥੇ ਮਰਦੇ ਰਹੇ, ਤੁਹਾਨੂੰ ਇਹ ਇਨਸਾਨੀਅਤ ਤੁਹਾਡੇ ਦਿਲਾਂ ਵਿੱਚ ਜਾਗੀ ਨਹੀਂ। ਮੈਂ ਤਾਂ ਪ੍ਰਾਊਡ ਫੀਲ ਕਰਦਾ ਜਦੋਂ ਮੈਂ ਮਰਨਾ ਹੈ ਇਸ ਤਰੀਕੇ ਨਾਲ। ਨਥਿੰਗ ਰੋਂਗ ਵਿਦ ਇਟ। ਮੈਂ ਆਪਣੇ ਦੇਸ਼ ਦੀ ਖਾਤਰ ਮਰ ਰਿਹਾ, ਆਪਣੇ ਲੋਕਾਂ ਦੀ ਖਾਤਰ ਮਰ ਰਿਹਾ। ਤੁਸੀਂ ਕੀ ਕੀਤਾ? ਨਿਹੱਥਿਆਂ ਨੂੰ 900 ਬੰਦੇ ਤੋਂ ਜ਼ਿਆਦਾ ਮਾਰ ਦਿੱਤਾ ਤੁਸੀਂ। ਇਹ ਗੱਲਾਂ ਉਹਨੇ ਕੀਤੀਆਂ। ਜਦੋਂ ਕੋਰਟ ਦੇ ਵਿੱਚ ਸੁਣਵਾਈ ਵੀ ਹੋਈ 31 ਜੁਲਾਈ ਨੂੰ ਇਹਨਾਂ ਦਾ ਸ਼ਹੀਦੀ ਦਿਨ ਆ, 30 ਮਾਰਚ ਨੂੰ ਗੋਲੀ ਮਾਰੀ। ਇੰਨਾ ਟ੍ਰਾਇਲ ਫਾਸਟ ਚਲਾਇਆ, 3.5 ਮਹੀਨੇ ਦੇ ਵਿੱਚ ਉਹਨਾਂ ਨੇ ਫੈਸਲਾ ਲੈ ਲਿਆ ਕਿ ਇਹਨੂੰ ਫਾਂਸੀ ਦੇ ਦਿਓ, ਤੇ 31 ਜੁਲਾਈ ਨੂੰ ਫਾਂਸੀ ਦੇ ਦਿੱਤੀ। ਹਾਂਜੀ, ਸਭ ਤੋਂ ਪਹਿਲਾਂ ਸਾਰੇ ਆਪਣੇ ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਨਾਰਥ ਅਮਰੀਕਾ ਦੇ ਆਪਣੇ ਮੈਂਬਰਾਂ ਆਪਾਂ ਸਾਰੇ ਇੱਥੇ ਪਹੁੰਚੇ ਆ, ਤੇ ਤੁਹਾਡਾ ਸਾਰਿਆਂ ਦਾ ਆਉਣ ਦਾ ਬਹੁਤ ਬਹੁਤ ਧੰਨਵਾਦ। ਤੇ ਆਪਾਂ ਇੱਥੇ ਇਕੱਠੇ ਹੋਏ ਆ ਊਧਮ ਸਿੰਘ ਦਾ ਸ਼ਹੀਦੀ ਦਿਨ ਮਨਾਉਣ ਦੀ ਖਾਤਰ, ਤੇ ਕਿਉਂਕਿ ਕੋਵਿਡ ਦਾ ਟਾਈਮ ਚੱਲ ਰਿਹਾ ਅੱਜ ਕੱਲ੍ਹ, ਸੋ ਲਿਮਟਿਡ ਆਪਣੀ ਗੈਦਰਿੰਗ ਕਰਨੀ ਪੈਂਦੀ ਆ, ਤੇ ਇਸ ਕਰਕੇ ਆਪਾਂ ਸਾਰੇ ਇਕੱਠੇ ਹੋਏ ਆ। ਤੇ ਆਪਾਂ ਨੂੰ ਜੋ ਊਧਮ ਸਿੰਘ ਤੇ ਜਾਂ ਬਾਕੀ ਦੇ ਸ਼ਹੀਦੀ ਤੇ ਪਰਿਵਾਰ ਨੇ ਇੰਡੀਆ ਨੂੰ ਆਜ਼ਾਦ ਕਰਾਉਣ ਦੀ ਖਾਤਰ ਲੜਦੇ ਰਹੇ, ਤੇ ਲੜ ਕੇ ਜੋ ਉਹਨਾਂ ਨੇ ਸੋਚੀਆਂ ਸੀਗੀਆਂ, ਹਾਲੇ ਤਾਂ ਆਪਾਂ ਨੂੰ ਇੰਡੀਆ ਪੰਜਾਬ ਦੇ ਬਾਰੇ ਵਿੱਚ ਬਹੁਤ ਦੂਰ ਦੀ ਗੱਲ ਆ, ਪਰ ਆਪਾਂ ਇੱਥੇ ਬੈਠੇ ਸਾਰੇ ਜਾਣੀ ਆਪਾਂ ਪਿਛਲੇ 15-20 ਸਾਲ ਤੋਂ ਇਸ ਕੰਮ ਤੇ ਲੱਗੇ ਹੋਏ ਆ ਕਿ ਵੀ ਸਾਨੂੰ ਕੋਈ ਬਦਲਾਅ ਆਵੇ, ਤੇ ਉਧਰੋਂ ਕੋਈ ਮਾੜੀ ਮੋਟੀ ਠੰਡੀ ਹਵਾ ਆਵੇ, ਕਿ ਲੋਕਾਂ ਦਾ ਮਾੜਾ ਮੋਟਾ ਜਲ ਜੀਵਨ ਸੌਖਾ ਹੋਵੇ। ਪਰ ਕਹਿੰਦੇ ਹੁੰਦੇ ਆ ਵੀ ਜਿਵੇਂ ਹਰੇਕਾਂ ਵੀ ਜਿੱਥੇ ਟਨਲ ਦੇ ਵਿੱਚ ਸਿਰੇ ਤੇ ਆ ਕੇ ਚਾਨਣ ਆਉਂਦਾ, ਟਾਈਮ ਲੱਗਦਾ, ਚਾਹੇ ਰੈਵੋਲੂਸ਼ਨ ਆਵੇ, ਚਾਹੇ ਲੋਕ ਬਦਲਾਅ ਕਰਨ। ਤੇ ਇਸ ਕਰਕੇ ਆਊਗਾ ਟਾਈਮ, ਕਦੇ ਉਹ ਵੀ ਟਾਈਮ ਆਊਗਾ ਜਦੋਂ ਇਹ ਆਪਣਾ ਪੰਜਾਬ ਵੀ ਆਪਣੇ ਗਦਰੀ ਬਾਬਿਆਂ ਦਾ ਸ਼ਹੀਦਾਂ ਦਾ ਪ੍ਰਭਾਵ ਪੰਜਾਬ ਤੇ ਇੰਡੀਆ ਜਿਵੇਂ ਉਹ ਚਾਹੁੰਦੇ ਸੀ ਉਸ ਤਰ੍ਹਾਂ ਦਾ ਹੋਵੇਗਾ, ਤੇ ਸਾਰੇ ਲੋਕ ਇੱਕੋ ਜਿਹੇ ਤੇ ਖੁਸ਼ੀ ਮੰਨਣਗੇ। ਹੁਣ ਤਾਂ ਥੋੜੀਆਂ ਫੈਮਲੀਆਂ ਇਹ ਕਬਜ਼ਾ ਕਰਨ ਲੱਗੀਆਂ ਹੋਈਆਂ, ਪਰ ਦੇਖੋ ਕਿਸਾਨ ਅੰਦੋਲਨ ਚੱਲ ਰਿਹਾ, ਇਹਦੇ ਵਿੱਚ ਕੀ ਨਿਕਲਦਾ। 31 ਜੁਲਾਈ ਨੂੰ ਸ਼ਹੀਦੀ ਦਿੱਤੀ ਸਾਡਾ ਜਰਨੈਲ ਸੀ ਸ਼ਹੀਦ ਊਧਮ ਸਿੰਘ। ਉਸ ਥਾਂ ਤੇ ਲੰਡਨ ਦੂਜਾ ਇੰਡੀਅਨ ਸੀ ਜਿਹਨੂੰ ਫਾਂਸੀ ਦਿੱਤੀ ਗਈ। ਕਾਫੀ ਸਾਲ ਪਹਿਲਾਂ ਮਦਨ ਲਾਲ ਢੀਂਗਰਾ ਹੋਰਾਂ ਨੂੰ ਫਾਂਸੀ ਦਿੱਤੀ ਗਈ ਸੀ ਉੱਥੇ ਹੀ। ਉਸ ਤੋਂ ਬਾਅਦ ਦੂਜਾ ਪੰਜਾਬੀ ਸੀ ਜਿਨ੍ਹਾਂ ਨੂੰ ਉੱਥੇ ਫਾਂਸੀ ਦਿੱਤੀ ਗਈ। ਸ਼ਹੀਦ ਭਗਤ ਸਿੰਘ ਦੇ ਜਦੋਂ ਉਹਨਾਂ ਨੂੰ ਹੋਈ ਸੀ ਫਾਂਸੀ 20 ਸਾਲ ਤੇ ਮੇਰੇ ਖਿਆਲ 11 ਮਹੀਨਾ ਬਾਅਦ ਇਹ ਜਿਹੜੀ ਇਹਨਾਂ ਨੂੰ ਫਾਂਸੀ ਦਿੱਤੀ ਗਈ, ਬਦਲਾ ਲਿਆ ਇਹਨਾਂ ਨੇ। 3-3.5 ਮਹੀਨੇ ਦੇ ਵਿੱਚ ਕੇਸ ਨਿਪਟਾ ਕੇ ਇਹਨਾਂ ਦਾ ਕੰਮ ਖਤਮ ਕਰਤਾ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਫਾਂਸੀ ਦਿੱਤੀ ਗਈ। ਆਮ ਤੌਰ ਤੇ ਆਪਾਂ ਇਹ ਕਹਿੰਦੇ ਆ ਕਿ ਜਿਹੜੇ ਸ਼ਹੀਦ ਹੁੰਦੇ ਨਾ ਉਹ ਮਰਦੇ ਨਹੀਂ, ਉਹ ਅਮਰ ਰਹਿੰਦੇ, ਹਮੇਸ਼ਾ ਅਮਰ ਰਹਿੰਦੇ ਆ। ਅੱਜ ਜੇ ਆਪਾਂ ਇੱਥੇ ਬੈਠੇ ਆ, ਇਕੱਲੇ ਇੱਥੇ ਨਹੀਂ ਵਰਲਡ ਵਾਈਡ ਉਹਨਾਂ ਦਾ ਦਿਨ ਤਿਉਹਾਰ ਮਨਾਉਣ ਲਈ ਥਾਂ ਤੇ ਜਿਹੜੀ ਆ ਗੈਟ ਟੂਗੇਦਰ ਹੁੰਦੀ ਆ। ਕਿਉਂ ਹੁੰਦੀ ਆ? ਕਿ ਉਹਨਾਂ ਨੇ ਆਪਣੇ ਲਈ ਨਹੀਂ, ਸਾਡੇ ਲਈ, ਸਾਡੇ ਦੇਸ਼ ਲਈ, ਸਾਡੀ ਕੌਮ ਲਈ ਆਪਣੀ ਜਿਹੜੀ ਕੁਰਬਾਨੀ ਆ ਉਹ ਦਿੱਤੀ। ਇਹ ਕੁਰਬਾਨੀਆਂ ਨਾਲ ਹੀ ਜਿਹੜਾ ਅੱਜ ਹਿੰਦੁਸਤਾਨ ਆਪਾਂ ਜਿਹਨੂੰ ਨਾਂ ਦਿੰਦੇ ਆ, ਇੰਡੀਆ ਦਿੰਦੇ ਆ, ਭਾਰਤ ਕਹਿੰਦੇ ਆ, ਉਹ ਆਜ਼ਾਦ ਹੋ ਸਕਿਆ। ਸਾਰਿਆਂ ਨੇ ਸਾਂਝੇ ਤੌਰ ਤੇ ਰਲ ਕੇ ਜਿਹੜਾ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ। ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਜਿੰਨੇ ਵੀ ਮੈਂਬਰ ਜਾਂ ਜਿਹੜੇ ਐਗਜ਼ੈਕਟਿਵ ਦੇ ਮੈਂਬਰ ਹੈ ਇੱਥੇ, ਸਾਰੇ ਇਸ ਗੱਲ ਦੇ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ
ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ਜਾਂ ਜਦੋਂ ਵੀ ਲੋੜ ਪੈਂਦੀ ਆ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ, ਉਹਨਾਂ ਯੋਧਿਆਂ ਦੀ ਯਾਦ ਵਿੱਚ ਇਹ ਇਕੱਠੇ ਹੋ ਕੇ ਗਦਰੀ ਬਾਬਿਆਂ ਦੇ ਨਾਂ ਤੇ ਕਦੀ ਮੇਲੇ ਲਾਉਂਦੇ, ਕਦੀ ਸ਼ਹੀਦਾਂ ਦੇ ਨਾਂ ਤੇ ਉਹਨਾਂ ਦੀ ਗੱਲਬਾਤ ਕਰਦੇ ਰਹਿੰਦੇ ਆ। ਇੱਕ ਉਹਨਾਂ ਨੂੰ ਜਿੰਦਾ ਰੱਖਣ ਦਾ ਸਾਧਨ ਬਣਾ ਕੇ ਕਈ ਲੋਕਾਂ ਨੂੰ ਉਹਨਾਂ ਨੇ ਆਪਣੇ ਨਾਲ ਜੋੜਿਆ। ਜੇ ਸ਼ਹੀਦ ਊਧਮ ਸਿੰਘ ਬਾਰੇ ਇੰਨਾ ਹੀ ਕਿਹਾ ਜਾਵੇ ਕਿ ਕਿਸੇ ਦਰਦ ਨੂੰ ਸੀਨੇ ਵਿੱਚ ਲੈ ਕੇ 20-22 ਸਾਲ ਵੱਖਰੇ ਵੱਖਰੇ ਦੇਸ਼ਾਂ ਵਿੱਚ ਧਰਤੀ ਦੇ ਚੱਪੇ ਤੇ ਆਪਣਾ ਜੀਵਨ ਨਿਰਵਾਹ ਕਰਕੇ ਇਹੀ ਸੋਚਣਾ ਕਿ ਮੇਰੀ ਮੰਜ਼ਿਲ ਜਿਹੜੀ ਆ ਉਹ ਜਨਰਲ ਅਡਵਾਇਰ ਆ ਜਿਹਨੂੰ ਮੈਂ ਮਾਰਨਾ। ਇਹ ਤਾਂ ਹੀ ਹੋ ਸਕਦਾ, ਕਹਿੰਦਾ ਨਾਇਕ ਜਿਹੜਾ ਹੁੰਦਾ ਤੇ ਸੱਚ ਦਾ ਰਿਸ਼ਤਾ ਬੜਾ ਗੂੜਾ ਆ ਉਸ ਵਿੱਚ ਹੀ। ਜੇ ਉਹ ਸੱਚ ਦੇ ਰਾਹ ਤੇ ਨਹੀਂ ਚੱਲਦਾ, ਜੇ ਉਹਨੂੰ ਲੋਕਾਂ ਦਾ ਦਰਦ ਨਹੀਂ ਆ ਤੇ ਜੇ ਉਹਦੀ ਜ਼ਮੀਰ ਜਿੰਦਾ ਨਹੀਂ ਗੀ ਤਾਂ ਫਿਰ ਉਹ ਨਾਇਕ ਨਹੀਂ ਬਣ ਸਕਦਾ। ਕੌਮਾਂ ਦੇ ਨਾਇਕ ਹੁੰਦੇ ਆ, ਦੇਸ਼ਾਂ ਦੇ ਨਾਇਕ ਹੁੰਦੇ ਆ, ਪਰ ਇਹ ਸਾਡੇ ਇਹੋ ਜਿਹੇ ਨਾਇਕ ਆ, ਇਹੋ ਜਿਹੇ ਸ਼ਹੀਦ ਆ ਜਿਹੜੇ ਸਾਰੀ ਦੁਨੀਆ ਦੇ ਨਾਇਕ ਆ। ਬੇਸ਼ੱਕ ਇਤਿਹਾਸ ਦੇ ਵਿੱਚ ਵੱਧ ਘੱਟ ਲਿਖ ਕੇ ਅੱਜ ਦੇ ਸਮੇਂ ਵਿੱਚ ਜਾਂ ਜਿੱਦਾਂ ਹੋ ਰਿਹਾ ਉਹਨਾਂ ਬਾਰੇ ਗਲਤ ਮਤ ਲਿਖਿਆ ਜਾਵੇ, ਪਰ ਇਹਨਾਂ ਦੀਆਂ ਜਿਹੜੀਆਂ ਸਟੋਰੀਆਂ, ਇਹਨਾਂ ਦੀ ਜਿਹੜੀ ਹਿਸਟਰੀ ਆ, ਇਤਿਹਾਸ ਜਿਹੜਾ ਬਾਹਰਲੇ ਦੇਸ਼ਾਂ ਵਿੱਚ ਜਿਹੜਾ ਲਿਖ ਹੋ ਗਿਆ, ਉਹ ਕਦੀ ਵੀ ਨਹੀਂ ਮਿਟਣਾ। ਜਦੋਂ ਜੇਲ੍ਹ ਵੱਲ ਨੂੰ ਜਾ ਰਹੇ ਸੀ, ਫਾਂਸੀ ਲੱਗਣ ਵੱਲ ਨੂੰ, ਪਹਿਲਾਂ ਮਦਨ ਲਾਲ ਢੀਂਗਰਾ ਵੀ ਗਿਆ ਉੱਥੇ ਹੀ, ਉਸੇ ਜੇਲ੍ਹ 'ਚ। 2 ਜੇਲ੍ਹਾਂ ਸੀ, ਪਹਿਲਾਂ ਬ੍ਰਿਕਸਟਨ ਜੇਲ੍ਹ, ਫਿਰ ਪੈਂਟਨ ਜੇਲ੍ਹ ਵਿੱਚ। ਬ੍ਰਿਕਸਟਨ ਜੇਲ੍ਹ ਵਿੱਚ ਇਹਦਾ 1010 ਨੰਬਰ ਸੀ ਔਰ ਜਿਹੜੀ ਪੈਂਟਨ ਜੇਲ੍ਹ ਸੀ ਉਹਦੇ 'ਚ 2823 ਨੰਬਰ ਸੀ। ਇਹਨਾਂ ਦੀ ਪੈਂਟਨ ਜੇਲ੍ਹ ਵਿੱਚ ਮਦਨ ਲਾਲ ਢੀਂਗਰੇ ਦੀ ਇਹਦੀਆਂ ਦੋਹਾਂ ਕਬਰਾਂ ਦੇ ਵਿੱਚ ਇੱਕ ਵਾਟਿਆ, ਇੱਕ ਪਾਸੇ ਇਹ ਊਧਮ ਸਿੰਘ ਤੇ ਇੱਕ ਪਾਸੇ ਮਦਨ ਲਾਲ ਢੀਂਗਰਾ ਦੀ ਕਬਰ ਸੀ। ਤੇ ਇਹ ਨਾਰੇ ਲਾ ਰਿਹਾ ਸੀ, गाजियों में बू रहूगी जब तलक ईमान की, लंदन विच खड़केगी तेग हिंदुस्तान की। तो इदा दे नारे हमको मिटा सके ये जमाने में दम नहीं, हमसे जमाना खुद है जमाने से हम नहीं। ये ਜਿਹੜੇ नारे लग रहे थे ये अंग्रेज भी नोट कर रहे थे। ये गुड़ती दरअसल चली गदरी बाबियां तो ही है, तो गदरी बाबियां तो बाद ਬੱਬਰ ਅਕਾਲੀਆਂ ਤੋਂ ਪਹਿਲਾਂ ਕੂਕਾ ਲਹਿਰ, ਯਾਨੀ ਪੰਜਾਬ ਦੇ ਵਿੱਚ ਇੱਕ ਲਹਿਰ ਇੱਕ ਤੋਂ ਬਾਅਦ ਇੱਕ ਲਹਿਰਾਂ ਚੱਲਦੀਆਂ ਰਹੀਆਂ। ਔਰ ਉਦੋਂ ਪਹਿਲਾਂ ਜਿਹੜੀ ਸਾਨੂੰ ਗੁੜਤੀ ਗੁਰੂ ਨਾਨਕ ਦੇਵ ਨੇ, ਭਗਤ ਕਬੀਰ ਨੇ ਦਿੱਤੀ ਸੀ, ਉਸੇ ਗਗਨ ਦਵਾਮਾ ਬਾਜਿਓ ਪਰਿਓ ਨਿਸ਼ਾਨੇ ਖਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੋ ਜਿਨ ਕੋ ਦਾਓ, ਜੇ ਤੋ ਪ੍ਰੇਮ ਖਿਲਣ ਕਾ ਚਾਓ, सिर धर तली गली मुड़ी आओ, इत मार्ग पैर धरी जे सर दीजे खान न की। ये गुड़ती गुरु नानक देव जी वालों, गुरु ग्रंथ साहब जी वालों साडे जन्म जमानतरां तो पहला सानू ये दित्ती गई सी। ਭਾਰਤ ਸਮੇਤ 6 ਦੇਸ਼ਾਂ ਦੇ ਉਹਨਾਂ ਨਾਗਰਿਕਾਂ ਨੂੰ 5 ਅਗਸਤ ਤੋਂ ਸੰਯੁਕਤ ਅਰਬ ਅਮੀਰਾਤ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਏਗੀ ਜਿਨ੍ਹਾਂ ਕੋਲ UAE ਦਾ ਰੈਜ਼ੀਡੈਂਸੀ ਪਰਮਿਟ ਹੈ ਅਤੇ ਉਹ ਪੂਰੀ ਤਰ੍ਹਾਂ ਦੇ ਨਾਲ ਵੈਕਸੀਨ ਲਗਵਾ ਚੁੱਕੇ ਹਨ। UAE ਦੇ ਰਾਸ਼ਟਰੀ ਐਮਰਜੈਂਸੀ ਸੰਕਟ ਅਤੇ ਆਫਤ ਪ੍ਰਬੰਧਨ ਅਥਾਰਟੀ ਅਤੇ ਜਨਰਲ ਸਿਵਲ ਐਵੀਏਸ਼ਨ ਅਥਾਰਟੀ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਦੱਸ ਦਈਏ ਕਿ ਭਾਰਤ ਦੇ ਇਲਾਵਾ ਪਾਕਿਸਤਾਨ, ਸ਼੍ਰੀਲੰਕਾ, ਨੇਪਾਲ, ਨਾਈਜੀਰੀਆ ਅਤੇ ਯੁਗਾਂਡਾ ਤੋਂ ਵੀ ਪਾਬੰਦੀ ਹਟਾ ਦਿੱਤੀ ਜਾਏਗੀ। ਇਸ ਫੈਸਲੇ ਦੇ ਬਾਅਦ 6 ਦੇਸ਼ਾਂ ਤੋਂ UAE ਦੇ ਨਿਵਾਸੀ ਆਪਣੇ ਦੇਸ਼ ਪਰਤ ਸਕਣਗੇ, ਬਸ਼ਰਤੇ ਉਹਨਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਲਈ ਨੂੰ 14 ਦਿਨ ਬੀਤ ਚੁੱਕੇ ਹੋਣ। ਯਾਤਰੀਆਂ ਕੋਲ ਉਹਨਾਂ ਦੇ ਦੇਸ਼ਾਂ ਵਿੱਚ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਹੋਇਆ ਵੈਕਸੀਨੇਸ਼ਨ ਸਰਟੀਫਿਕੇਟ ਹੋਣਾ ਚਾਹੀਦਾ ਹੈ। ਹਾਲੇ ਗਿਆ ਨਿਰਦੇਸ਼ਾਂ ਦੇ ਮੁਤਾਬਕ ਹੋਰ ਕੈਟਾਗਰੀ ਦੇ ਵੈਕਸੀਨ ਲਗਵਾ ਚੁੱਕੇ ਅਤੇ ਬਿਨਾਂ ਵੈਕਸੀਨ ਵਾਲੇ ਯਾਤਰੀਆਂ ਨੂੰ ਵੀ 5 ਅਗਸਤ ਨੂੰ UAE ਦੇ ਵਿੱਚ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਜਾਏਗੀ। ਇਹਨਾਂ ਸ਼੍ਰੇਣੀਆਂ ਵਿੱਚ UAE ਵਿੱਚ ਤਾਇਨਾਤ ਡਾਕਟਰ, ਨਰਸ ਅਤੇ ਟੈਕਨੀਸ਼ੀਅਨ ਜਿਵੇਂ ਹੈਲਥ ਵਰਕਰਸ, ਵਿਦਿਆਰਥੀ ਅਤੇ ਮਨਜ਼ੂਰਸ਼ੁਦਾ ਰੈਜ਼ੀਡੈਂਸੀ ਪਰਮਿਟ ਵਾਲੇ ਸਰਕਾਰੀ ਕਰਮਚਾਰੀ ਸ਼ਾਮਲ ਹਨ। ਦੱਸ ਦਈਏ ਕਿ UAE ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਬਾਅਦ ਭਾਰਤ ਤੇ ਨਵੀਆਂ ਪਾਬੰਦੀਆਂ ਲਗਾਈਆਂ ਸਨ ਅਤੇ ਉਡਾਨਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਨਵੇਂ ਹੁਕਮਾਂ ਦੇ ਬਾਅਦ ਵੀ ਇਹਨਾਂ 6 ਦੇਸ਼ਾਂ ਤੋਂ ਹੋਰ ਕੈਟਾਗਰੀ ਦੇ ਯਾਤਰੀਆਂ ਨੂੰ UAE ਦੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਯਾਤਰਾ ਦੀ ਮਨਜ਼ੂਰੀ ਲੈਣ ਲਈ ਯਾਤਰੀਆਂ ਨੂੰ ਸੰਘੀ ਅਥਾਰਟੀ ਦੀ ਵੈਬਸਾਈਟ ਤੇ ਜਾ ਕੇ ਆਨਲਾਈਨ ਅਰਜ਼ੀ ਦੇਣੀ ਹੋਵੇਗੀ। ਵੈਕਸੀਨ ਸਰਟੀਫਿਕੇਟ ਦੇ ਇਲਾਵਾ ਯਾਤਰੀਆਂ ਕੋਲ 48 ਘੰਟੇ ਦੇ ਅੰਦਰ ਕਰਾਈ ਹੋਈ
ਨੈਗੇਟਿਵ PCR ਰਿਪੋਰਟ ਹੋਣੀ ਚਾਹੀਦੀ ਹੈ। ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਇੱਕ ਲੈਬ ਟੈਸਟ ਕੀਤਾ ਜਾਏਗਾ ਅਤੇ UAE ਦੇ ਵਿੱਚ ਆਉਣ ਤੋਂ ਪਹਿਲਾਂ ਇੱਕ PCR ਟੈਸਟ ਵੀ ਕੀਤਾ ਜਾਏਗਾ। ਇਸ ਤੋਂ ਬਾਅਦ ਇਹਨਾਂ ਨੂੰ ਹੋਮ ਕੁਆਰੰਟਾਈਨ ਵਿੱਚ ਰੱਖਿਆ ਜਾਏਗਾ। ਅੱਤ ਸੁਰੱਖਿਆ ਵਾਲੀ ਪੈਂਟਾਗਨ ਇਮਾਰਤ ਦੇ ਬਾਹਰ ਇੱਕ ਸ਼ੱਕੀ ਹਮਲਾਵਰ ਨੇ ਇੱਕ ਪੁਲਿਸ ਅਧਿਕਾਰੀ ਦੀ ਹੱਤਿਆ ਕਰ ਦਿੱਤੀ। ਇਹ ਘਟਨਾ ਅਮਰੀਕੀ ਫੌਜ ਦੇ ਹੈੱਡਕੁਆਰਟਰ ਪੈਂਟਾਗਨ ਦੀ ਇਮਾਰਤ ਦੇ ਪ੍ਰਵੇਸ਼ ਦਰਵਾਜ਼ੇ ਦੇ ਬਿਲਕੁਲ ਨੇੜੇ ਵਾਪਰੀ, ਜਿਸ ਤੋਂ ਬਾਅਦ ਪੈਂਟਾਗਨ ਇਮਾਰਤ ਨੂੰ ਆਰਜ਼ੀ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਸੰਘੀ ਅਧਿਕਾਰੀਆਂ ਨੇ ਕਿਹਾ ਹੈ ਕਿ ਪੈਂਟਾਗਨ ਫੋਰਸ ਪ੍ਰੋਟੈਕਸ਼ਨ ਏਜੰਸੀ ਇਮਾਰਤ ਦੀ ਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ। ਬੀਤੇ ਦਿਨ ਸਵੇਰ ਵੇਲੇ ਵਾਪਰੀ ਇੱਕ ਮੰਦਭਾਗੀ ਘਟਨਾ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ। ਏਜੰਸੀ ਨੇ ਮਾਰੇ ਗਏ ਅਫਸਰ ਦਾ ਨਾਮ ਨਸ਼ਰ ਨਹੀਂ ਕੀਤਾ ਹੈ ਤੇ ਕਿਹਾ ਹੈ ਕਿ ਉਹ ਹੋਰ ਜਾਣਕਾਰੀ ਬਾਅਦ ਵਿੱਚ ਜਾਰੀ ਕਰੇਗੀ। ਅਧਿਕਾਰੀਆਂ ਅਨੁਸਾਰ ਸ਼ੱਕੀ ਜਿਸ ਨੇ ਪੁਲਿਸ ਅਫਸਰ ਉੱਪਰ ਘਾਤ ਲਾ ਕੇ ਛੁਰੇ ਨਾਲ ਹਮਲਾ ਕੀਤਾ ਵੀ ਸੁਰੱਖਿਆ ਜਵਾਨਾਂ ਦੀ ਜਵਾਬੀ ਕਾਰਵਾਈ ਦੇ ਵਿੱਚ ਮਾਰਿਆ ਗਿਆ। ਸ਼ੱਕੀ ਹਮਲਾਵਰ ਦੀ ਪਹਿਚਾਣ 27 ਸਾਲਾ ਆਸਟਿਨ ਵਿਲੀਅਮ ਲੌਂਜ ਵਜੋਂ ਹੋਈ ਹੈ। ਉਹ ਜਾਰਜੀਆ ਦਾ ਰਹਿਣ ਵਾਲਾ ਹੈ। ਸ਼ੱਕੀ ਵੱਲੋਂ ਕੀਤੇ ਹਮਲੇ ਦਾ ਮਕਸਦ ਸਪਸ਼ਟ ਨਹੀਂ ਹੋ ਸਕਿਆ। ਪੁਲਿਸ ਘਟਨਾ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਤੇ ਸੁਰੱਖਿਆ ਜਵਾਨਾਂ ਨੂੰ ਚੌਕਸ ਰਹਿਣ ਦੇ ਲਈ ਕਿਹਾ ਗਿਆ ਹੈ। ਟੋਕੀਓ ਓਲੰਪਿਕ ਦਾ ਗੋਲਾ ਸੁੱਟਣ ਦੇ ਮੁਕਾਬਲੇ ਦਾ ਸਿੱਧਾ ਪ੍ਰਸਾਰਣ ਵੇਖ ਰਹੀ ਕਲਾਰਿਸਾ ਸੈਂਡਰਜ਼ ਨੂੰ ਆਪਣੀ ਧੀ ਦੇ ਪ੍ਰਦਰਸ਼ਨ ਤੋਂ ਇੰਨੀ ਖੁਸ਼ੀ ਹੋਈ ਕਿ ਉਹ ਇਸ ਦੁਨੀਆ ਨੂੰ ਹੀ ਅਲਵਿਦਾ ਕਹਿ ਗਈ। ਉਸ ਦੀ ਧੀ ਰੈਵਨ ਸੈਂਡਰਜ਼ ਨੇ ਗੋਲਾ ਸੁੱਟਣ ਵਿੱਚ ਦੂਜੇ ਸਥਾਨ ਤੇ ਰਹਿ ਕੇ ਚਾਂਦੀ ਦਾ ਤਮਗਾ ਜਿੱਤਿਆ। ਉਸ ਦੀ ਮਾਂ ਟੋਕੀਓ 2020 ਵੇਖਣ ਲਈ ਆਰਲੈਂਡੋ ਵਿੱਚ ਸੀ। ਇੱਥੇ ਅਮਰੀਕੀ ਐਥਲੀਟਾਂ ਦੇ ਪਰਿਵਾਰਾਂ ਲਈ ਓਲੰਪਿਕ ਮੁਕਾਬਲੇ ਵੇਖਣ ਵਾਸਤੇ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਸੀ। ਕਲਾਰਿਸਾ ਸੈਂਡਰਜ਼ ਆਪਣੀ ਧੀ ਦਾ ਪ੍ਰਦਰਸ਼ਨ ਵੇਖਣ ਲਈ ਬਹੁਤ ਉਤਾਵਲੀ ਸੀ। ਉਸ ਦੀ ਦੂਜੀ ਬੇਟੀ ਤਨਜ਼ਾਨੀਆ ਵੀ ਨਾਲ ਸੀ। ਧੀ ਨੂੰ ਤਮਗਾ ਜਿੱਤਦਿਆਂ ਵੇਖ ਕੇ ਉਹ ਬੇहद ਖੁਸ਼ ਹੋਈ, ਪਰ ਕੁਝ ਸਮੇਂ ਬਾਅਦ ਉਹ ਇਸ ਦੁਨੀਆ ਵਿੱਚ ਨਹੀਂ ਰਹੀ। ਹਾਲਾਂਕਿ ਅਜੇ ਤੱਕ ਉਸ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗਾ, ਪਰੰਤੂ ਮੈਚ ਵੇਖਣ ਤੋਂ ਪਹਿਲਾਂ ਉਹ ਬਿਲਕੁਲ ਠੀਕ ਠਾਕ ਸੀ। ਮਾਨਸਿਕ ਸਿਹਤ ਨਾਲ ਜੁੜੇ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਕਈ ਵਾਰ ਜ਼ਿਆਦਾ ਖੁਸ਼ੀ ਵੀ ਮੌਤ ਦਾ ਕਾਰਨ ਬਣ ਸਕਦੀ ਹੈ। ਆਪਣੀ ਮਾਂ ਦੀ ਮੌਤ ਉਪਰੰਤ ਰੈਵਨ ਸੈਂਡਰਜ਼ ਨੇ ਟਵੀਟ ਕੀਤਾ ਕਿ ਉਹ ਸੋਸ਼ਲ ਮੀਡੀਆ ਤੋਂ ਹਟ ਰਹੀ ਹੈ ਤਾਂ ਕਿ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਉੱਪਰ ਧਿਆਨ ਕੇਂਦਰਿਤ ਕਰ ਸਕੇ। ਉਸਨੇ ਲਿਖਿਆ, ਉਸ ਦੀ ਮਾਂ ਮਹਾਨ ਔਰਤ ਸੀ, ਉਹ ਜ਼ਿੰਦਗੀ ਭਰ ਹਮੇਸ਼ਾ ਉਸ ਦੇ ਅੰਗ ਸੰਗ ਰਹੇਗੀ। ਉਸਨੇ ਲਿਖਿਆ ਕਿ ਮਾਂ, ਮੈਂ ਹਮੇਸ਼ਾ ਤੈਨੂੰ ਪਿਆਰ ਕਰਦੀ ਰਹਾਂਗੀ, ਤੂੰ ਮੇਰਾ ਆਲਾ ਦਰਜੇ ਦਾ ਪਾਲਣ ਪੋਸ਼ਣ ਕੀਤਾ। ਮਾਈਕਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ ਤੇ ਮੈਲਿੰਡਾ ਗੇਟਸ ਵਿਚਾਲੇ ਐਲਾਨ ਦੇ 3 ਮਹੀਨਿਆਂ ਬਾਅਦ ਰਸਮੀ ਤੌਰ ਤੇ ਤਲਾਕ ਹੋ ਗਿਆ। ਸੋਮਵਾਰ ਨੂੰ ਅਦਾਲਤੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਬਿਲ ਗੇਟਸ ਅਤੇ ਮੈਲਿੰਡਾ ਫ੍ਰੈਂਚ ਗੇਟਸ ਵਿਚਾਲੇ ਤਲਾਕ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ। ਕਿੰਗ ਕਾਉਂਟੀ ਸੁਪੀਰੀਅਰ ਕੋਰਟ ਦੇ ਜੱਜ ਨੇ ਸੋਮਵਾਰ ਨੂੰ ਤਲਾਕ ਦੇ ਆਦੇਸ਼ ਤੇ ਹਸਤਾਖਰ ਕੀਤੇ। ਨਿਊਯਾਰਕ ਟਾਈਮਜ਼ ਦੇ ਅਨੁਸਾਰ ਅਦਾਲਤੀ ਦਸਤਾਵੇਜ਼ ਇਸ ਗੱਲ ਦਾ ਵੇਰਵਾ ਨਹੀਂ ਦਿੰਦੇ ਕਿ ਉਹਨਾਂ ਨੇ ਸੰਪਤੀਆਂ ਨੂੰ ਕਿਵੇਂ ਵੰਡਿਆ ਹੈ। ਬਿਲ ਗੇਟਸ ਪਹਿਲਾਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਸਨ ਅਤੇ ਉਹਨਾਂ ਦੀ ਦੌਲਤ ਲਗਭਗ $150 ਅਰਬ ਮਾਪੀ ਗਈ ਹੈ। ਮੈਲਿੰਡਾ ਨੇ 1987 ਵਿੱਚ ਮਾਈਕਰੋਸਾਫਟ ਵਿੱਚ ਉਤਪਾਦ ਮੈਨੇਜਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਹਨਾਂ ਦੀ ਮੁਲਾਕਾਤ ਗੇਟਸ ਨਾਲ ਹੋਈ। ਦੋਵਾਂ ਦਾ ਵਿਆਹ 1994 ਵਿੱਚ ਹਵਾਈ ਵਿੱਚ ਹੋਇਆ ਸੀ। ਸਿਐਟਲ ਸਥਿਤ ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਨਿੱਜੀ ਸੰਸਥਾ ਹੈ। ਦੋਵਾਂ ਨੇ ਕਿਹਾ ਹੈ ਕਿ ਉਹ ਆਪਣੀ ਫਾਊਂਡੇਸ਼ਨ ਦੇ ਸਹਿ ਪ੍ਰਧਾਨ ਵਜੋਂ ਇਕੱਠੇ ਕੰਮ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਇਸ ਜੋੜੇ ਨੇ ਵਿਆਹ ਦੇ 27 ਸਾਲਾਂ ਬਾਅਦ 3 ਮਈ ਨੂੰ ਤਲਾਕ ਲਈ ਅਰਜ਼ੀ ਦਿੱਤੀ ਸੀ ਅਤੇ ਐਲਾਨ ਕੀਤਾ ਸੀ ਕਿ ਉਹ ਦੋਵੇਂ ਆਪਸੀ ਸਹਿਮਤੀ ਨਾਲ ਵੱਖ ਹੋ ਰਹੇ ਹਨ, ਪਰ ਪਰਉਪਕਾਰੀ ਕੰਮ ਇਕੱਠੇ ਜਾਰੀ ਰੱਖਣਗੇ। ਭਾਰਤੀ ਅਮਰੀਕੀ ਡਾਕਟਰਾਂ ਨੇ ਕੋਵਿਡ-19 ਸੰਬੰਧੀ ਚੁਣੌਤੀਆਂ ਦੇ ਨਾਲ ਨਜਿੱਠਣ ਵਿੱਚ ਭਾਰਤ ਦੀ ਮਦਦ ਲਈ $50 ਲੱਖ ਜੁਟਾਏ ਹਨ। ਭਾਰਤੀ ਮੂਲ ਦੇ ਡਾਕਟਰਾਂ ਦੇ ਸੰਗਠਨ ਅਮਰੀਕਨ ਐਸੋਸੀਏਸ਼ਨ ਆਫ ਫਿਜ਼ੀਸ਼ੀਅਨ ਆਫ ਇੰਡੀਅਨ ਓਰੀਜਨ ਨੇ ਮੰਗਲਵਾਰ ਨੂੰ ਦੱਸਿਆ ਕਿ ਪ੍ਰਭਾਵਸ਼ਾਲੀ ਭਾਰਤੀ ਅਮਰੀਕੀ ਡਾਕਟਰਾਂ ਵੱਲੋਂ ਜੁਟਾਈ ਗਈ ਰਾਸ਼ੀ ਦੀ ਵਰਤੋਂ ਭਾਰਤ ਦੇ 45 ਹਸਪਤਾਲਾਂ ਵਿੱਚ 2300 ਆਕਸੀਜਨ ਕੰਸਨਟ੍ਰੇਟਰ, 100 ਵੈਂਟੀਲੇਟਰ ਅਤੇ 100 ਹਾਈ ਫਲੋ ਨੇਜ਼ਲ ਕੈਨੂਲਾ ਮਸ਼ੀਨਾਂ ਪ੍ਰਦਾਨ ਕਰਨ ਲਈ ਕੀਤੀ ਗਈ। AAPI ਅਮਰੀਕਾ ਵਿੱਚ ਸਭ ਤੋਂ ਵੱਡੀ ਨਸਲੀ ਡਾਕਟਰ ਸੰਸਥਾ ਹੈ ਜੋ ਦੇਸ਼ ਵਿੱਚ 1 ਲੱਖ ਤੋਂ ਵੱਧ ਡਾਕਟਰਾਂ ਦੀ ਨੁਮਾਇੰਦਗੀ ਕਰਦੀ ਹੈ। AAPI ਦੀ ਪ੍ਰਧਾਨ ਡਾਕਟਰ ਅਨੁਪਮਾ ਗੋਟੇਮੁਕੂਲਾ ਨੇ ਕਿਹਾ ਕਿ AAPI ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੀ ਦਿਆਲੁਤਾ ਬੇਮਿਸਾਲ ਰਹੀ ਹੈ। ਅਗਸਤ ਦੇ ਅਖੀਰ ਤੱਕ ਭਾਰਤ ਵਿੱਚ ਤੀਜੀ ਲਹਿਰ ਆਉਣ ਦੀਆਂ ਖਬਰਾਂ ਵਿਚਕਾਰ AAPI ਨੇ ਕਿਹਾ ਕਿ ਉਹ ਕਈ ਏਜੰਸੀਆਂ ਅਤੇ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਭਾਰਤ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਸਪਲਾਈ ਕੀਤੀ ਜਾ ਸਕੇ। AAPI ਦੀ ਉਪ ਪ੍ਰਧਾਨ ਡਾਕਟਰ ਅੰਜਨਾ ਸਮਾਦਰ ਨੇ ਕਿਹਾ ਕਿ AAPI ਬਾਕੀ ਰਾਸ਼ੀ ਦੀ ਵਰਤੋਂ ਕੋਵਿਡ-19 ਦੀ ਸੰਭਾਵਿਤ ਤੀਜੀ ਲਹਿਰ ਦੀ ਤਿਆਰੀ ਲਈ ਕਰਦਾ ਰਹੇਗਾ। ਪੂਰੀ ਦੁਨੀਆ 'ਚ ਕੋਰੋਨਾ ਸੰਕਰਮਣ ਦਾ ਦਾਇਰਾ ਵਧ ਰਿਹਾ ਹੈ। ਏਸ਼ੀਆ, ਯੂਰਪ, ਉੱਤਰੀ ਤੇ ਦੱਖਣੀ ਅਮਰੀਕਾ, ਅਫਰੀਕਾ ਸਣੇ ਆਸਟ੍ਰੇਲੀਆ 'ਚ ਵੀ ਇੱਕੋ ਜਿਹਾ ਹਾਲ ਦਿਖਾਈ ਦੇ ਰਿਹਾ ਹੈ।
ਕਈ ਦੇਸ਼ਾਂ 'ਚ ਇਸ ਦੀ ਤੀਜੀ, ਚੌਥੀ ਜਾਂ ਪੰਜਵੀਂ ਲਹਿਰ ਤੱਕ ਸਾਹਮਣੇ ਆ ਰਹੀ ਹੈ। ਦੱਖਣੀ ਅਮਰੀਕਾ ਦੀ ਹੀ ਗੱਲ ਕਰੀਏ ਤਾਂ ਇੱਥੇ ਬ੍ਰਾਜ਼ੀਲ ਤੋਂ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤੋਂ ਬਾਅਦ ਅਰਜਨਟੀਨਾ, ਕੋਲੰਬੀਆ, ਮੈਕਸੀਕੋ, ਪੇਰੂ, ਚਿਲੀ, ਇਕਵਾਡੋਰ, ਬੋਲੀਵੀਆ ਤੇ ਪਨਾਮਾ ਹੈ। ਰਾਇਟਰਸ ਮੁਤਾਬਕ ਲੈਟਿਨ ਅਮਰੀਕਾ ਦੇ ਦੇਸ਼ਾਂ 'ਚ ਕੋਰੋਨਾ ਸੰਕਰਮਣ ਦੇ ਕੁੱਲ ਮਾਮਲੇ 4,10,81,000 ਹਨ, ਜਦਕਿ 13,77,000 ਮਰੀਜ਼ਾਂ ਦੀ ਹੁਣ ਤੱਕ ਮੌਤ ਹੋਈ। IANS ਮੁਤਾਬਕ ਬ੍ਰਿਟੇਨ 'ਚ 17 ਮਾਰਚ ਤੋਂ ਬਾਅਦ ਤੋਂ ਇੱਕ ਦਿਨ 'ਚ ਸਭ ਤੋਂ ਵੱਧ ਕੋਰੋਨਾ ਨਾਲ ਮੌਤਾਂ ਦਰਜ ਕੀਤੀਆਂ ਗਈਆਂ ਹਨ। ਸਰਕਾਰ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਇੱਥੇ 138 ਮੌਤਾਂ ਹੋਈਆਂ ਹਨ, ਜਿਸ ਤੋਂ ਬਾਅਦ ਇੱਥੇ ਮੌਤਾਂ ਦਾ ਅੰਕੜਾ 1,29,881 ਹੋ ਗਿਆ ਹੈ। ਦੇਸ਼ ਵਿੱਚ ਕੋਰੋਨਾ ਦੇ ਨਵੇਂ ਮਾਮਲੇ 21,691 ਦਰਜ ਕੀਤੇ ਗਏ ਹਨ। ਇਸ ਨਾਲ ਇੱਥੇ ਕੋਰੋਨਾ ਦੇ ਕੁੱਲ ਮਾਮਲੇ 59,23,820 ਹੋ ਗਏ ਹਨ। ਅਮਰੀਕਾ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਬਾਹਰ ਤੋਂ ਆਉਣ ਵਾਲੇ ਮਾਈਗ੍ਰੈਂਟਸ ਨੂੰ ਵੀ ਕੋਰੋਨਾ ਵੈਕਸੀਨ ਦੀ ਖੁਰਾਕ ਦੇਣ ਤੇ ਵਿਚਾਰ ਕਰ ਰਿਹਾ ਹੈ। ਸਿਡਨੀ ਵਿੱਚ ਕੋਰੋਨਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਕੋਰੋਨਾ ਨਾਲ ਸੰਕਰਮਿਤ ਕੇਸ ਲਗਾਤਾਰ ਆ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਬੁੱਧਵਾਰ ਨੂੰ ਦਰਜ ਹੋਏ ਅੰਕੜਿਆਂ ਦੇ ਵਿੱਚ 233 ਕੇਸ ਸਾਹਮਣੇ ਆਏ ਹਨ, ਜੋ ਕਿ ਕੱਲ੍ਹ ਨਾਲੋਂ ਵੱਧ ਹਨ। ਅੱਜ ਦੇ ਅੰਕੜੇ ਆਉਣ ਦੇ ਨਾਲ ਸਿਡਨੀ ਵਿੱਚ ਕੁੱਲ ਕੇਸਾਂ ਦੀ ਗਿਣਤੀ 4,000 ਤੋਂ ਪਾਰ ਹੋ ਗਈ। ਸਿਡਨੀ ਵਿੱਚ ਕੁੱਲ ਕੇਸ 4,063 ਹੋ ਗਏ ਹਨ। ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬੈਰਜਿਕਲੀਅਨ ਨੇ ਪੁਸ਼ਟੀ ਕੀਤੀ ਕਿ ਦੱਖਣ ਪੱਛਮੀ ਸਿਡਨੀ ਦੇ ਇੱਕ ਵਿਅਕਤੀ, ਜਿਸ ਦੀ ਉਮਰ 20 ਸਾਲ ਹੈ, ਮੰਗਲਵਾਰ ਨੂੰ ਉਸ ਦੀ ਹਾਲਤ ਅਚਾਨਕ ਖਰਾਬ ਹੋਣ ਤੋਂ ਬਾਅਦ ਘਰ ਵਿੱਚ ਹੀ ਵਾਇਰਸ ਦੇ ਨਾਲ ਉਸ ਦੀ ਮੌਤ ਹੋ ਗਈ। ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਰਾਜ ਵਿੱਚ ਮਰਨ ਵਾਲਾ ਇਹ ਵਿਅਕਤੀ ਸਭ ਤੋਂ ਛੋਟੀ ਉਮਰ ਦਾ ਕੋਵਿਡ ਮਰੀਜ਼ ਹੈ। 20 ਸਾਲਾ ਨੌਜਵਾਨ ਦੀ ਮੌਤ ਇਹ ਸਾਬਤ ਕਰਦੀ ਹੈ ਕਿ ਇਹ ਵਾਇਰਸ ਬਜ਼ੁਰਗਾਂ ਦੀ ਤਰ੍ਹਾਂ ਹੀ ਨੌਜਵਾਨਾਂ ਤੇ ਵੀ ਪ੍ਰਭਾਵ ਪਾਉਂਦਾ ਹੈ। ਨੌਜਵਾਨ ਦੀ ਮੌਤ ਸੰਬੰਧੀ ਮੁੱਖ ਸਿਹਤ ਅਧਿਕਾਰੀ ਡਾਕਟਰ ਕੈਰੀ ਚਾਂਟ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਨੌਜਵਾਨ ਕੋਵਿਡ ਦਾ ਮਰੀਜ਼ ਸੀ ਅਤੇ ਘਰ ਵਿੱਚ ਹੀ ਕੁਆਰੰਟੀਨ ਕੀਤਾ ਗਿਆ ਸੀ। ਕੁਆਰੰਟੀਨ ਸਮੇਂ ਦੱਖਣੀ ਪੱਛਮੀ ਸਿਡਨੀ ਦੇ ਸਥਾਨਕ ਸਿਹਤ ਜ਼ਿਲ੍ਹੇ ਦੁਆਰਾ ਉਸ ਦੀ ਦੇਖਭਾਲ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਅਚਾਨਕ ਸਿਹਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ। ਇਸ ਸਮੇਂ 286 ਕੋਵਿਡ ਮਰੀਜ਼ਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਇੰਗਲੈਂਡ ਦੇ ਵੇਲਜ਼ ਵਿੱਚ ਨਸ਼ੀਲੇ ਪਦਾਰਥਾਂ ਦੀ ਵਜ੍ਹਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਰਿਕਾਰਡ ਪੱਧਰ ਤੇ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੰਕੜਿਆਂ ਅਨੁਸਾਰ ਇੰਗਲੈਂਡ ਅਤੇ ਵੇਲਜ਼ ਵਿੱਚ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਮੌਤਾਂ 25 ਸਾਲਾਂ ਤੋਂ ਵੱਧ ਸਮੇਂ ਵਿੱਚ ਆਪਣੇ ਉੱਚ ਪੱਧਰ ਤੇ ਪਹੁੰਚ ਗਈਆਂ ਹਨ। ਰਾਸ਼ਟਰੀ ਅੰਕੜਾ ਦਫ਼ਤਰ ਦੁਆਰਾ 2020 ਦੇ ਵਿੱਚ ਨਸ਼ਿਆਂ ਨਾਲ ਕੁੱਲ 4,561 ਮੌਤਾਂ ਦਰਜ ਕੀਤੀਆਂ ਗਈਆਂ ਅਤੇ 1993 ਵਿੱਚ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਇਹ ਸਭ ਤੋਂ ਵੱਡੀ ਸੰਖਿਆ ਹੈ। ਪਿਛਲੇ ਸਾਲ ਦਰਜ ਹੋਈਆਂ ਮੌਤਾਂ ਵਿੱਚੋਂ 2/3 ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨਾਲ ਸੰਬੰਧਿਤ ਸਨ, ਜਦਕਿ ਅੱਧੀਆਂ ਮੌਤਾਂ ਵਿੱਚ ਹੈਰੋਇਨ ਜਾਂ ਮਾਰਫਿਨ ਕਰਕੇ ਹੋਈਆਂ ਸਨ। ਅੰਕੜਿਆਂ ਅਨੁਸਾਰ ਤਕਰੀਬਨ 1,050 ਮੌਤਾਂ ਨਸ਼ੀਲੇ ਪਦਾਰਥਾਂ ਦੇ ਜ਼ਹਿਰ ਨਾਲ 2020 ਵਿੱਚ ਹੋਈਆਂ। ਇਹਨਾਂ ਮੌਤਾਂ ਸੰਬੰਧੀ ਜਾਰੀ ਹੋਏ ਰਿਕਾਰਡ ਵਿੱਚ ਸਿਰਫ ਡਰੱਗ ਓਵਰਡੋਜ਼ ਦਾ ਜ਼ਿਕਰ ਹੈ। ਸਿਹਤ ਮਾਹਿਰਾਂ ਅਨੁਸਾਰ ਨਸ਼ੀਲੇ ਪਦਾਰਥਾਂ ਦੇ ਜ਼ਹਿਰ ਨਾਲ ਹੋਣ ਵਾਲੀਆਂ ਅੱਧੀਆਂ ਤੋਂ ਵੱਧ ਮੌਤਾਂ ਵਿੱਚ ਇੱਕ ਤੋਂ ਵੱਧ ਦਵਾਈਆਂ ਸ਼ਾਮਲ ਹੁੰਦੀਆਂ ਹਨ ਅਤੇ ਉਹਨਾਂ ਮਾਮਲਿਆਂ ਵਿੱਚ ਇਹ ਦੱਸਣਾ ਸੰਭਵ ਨਹੀਂ ਹੁੰਦਾ ਕਿ ਕਿਹੜੀ ਨਸ਼ੀਲੀ ਦਵਾਈ ਮੌਤ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਸੀ। ਅੰਕੜੇ ਜ਼ਾਹਰ ਕਰਦੇ ਹਨ ਕਿ ਪਿਛਲੇ 10 ਸਾਲਾਂ ਵਿੱਚ ਨਸ਼ੀਲੇ ਪਦਾਰਥਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ 60.9% ਵਧੀ ਹੈ। ਸੰਸਦ ਦੇ ਬਾਹਰ ਰਵਨੀਤ ਬਿੱਟੂ ਅਤੇ ਹਰਸਿਮਰਤ ਕੌਰ ਬਾਦਲ ਵਿਚਾਲੇ ਹੋਈ ਤਿੱਖੀ ਬਹਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਰਵਨੀਤ ਬਿੱਟੂ ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਵਨੀਤ ਬਿੱਟੂ ਕਾਂਗਰਸ ਦਾ ਮੁੱਖ ਚਿਹਰਾ ਬਣਨਾ ਚਾਹੁੰਦਾ ਹੈ, ਜੋ ਕਿ ਹੁਣ ਨਵਜੋਤ ਸਿੰਘ ਸਿੱਧੂ ਨੂੰ ਬਣਾ ਦਿੱਤਾ ਗਿਆ ਹੈ। ਇਸ ਕਰਕੇ ਰਵਨੀਤ ਬਿੱਟੂ ਬੌਖਲਾ ਗਿਆ ਹੈ ਤੇ ਅਜਿਹੇ ਬਿਆਨ ਦੇ ਰਿਹਾ ਹੈ। ਉਹਨਾਂ ਕਿਹਾ ਕਿ ਸਾਡੀ ਲੜਾਈ ਭਾਜਪਾ ਸਰਕਾਰ ਨਾਲ ਹੈ ਅਤੇ ਉਸ ਦਾ ਨਿਸ਼ਾਨਾ ਹਰ ਵਾਰ ਅਕਾਲੀਆਂ ਤੇ ਹੀ ਰਹਿੰਦਾ ਹੈ। ਅਸੀਂ ਉੱਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਖਿਲਾਫ ਲੜਾਈ ਲੜਨ ਲਈ ਆਏ ਹਾਂ ਅਤੇ ਕਾਂਗਰਸੀ ਆਗੂ ਕਿਉਂ ਅਜਿਹੇ ਕੰਮ ਕਰਨ 'ਚ ਲੱਗੇ ਹਨ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਲੱਗੇ ਕਿ ਇੱਕ ਦੂਜੇ ਦੇ ਨਾਲ ਨਹੀਂ ਹਾਂ। ਉਸ ਦੀ ਸੋਚ ਹੀ ਅਜਿਹੀ ਹੈ ਤੇ ਰਵਨੀਤ ਬਿੱਟੂ ਨੂੰ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ। ਇੱਥੇ ਦੱਸ ਦਈਏ ਕਿ ਇਸ ਮੌਕੇ ਪਟਿਆਲਾ ਜ਼ਿਲ੍ਹੇ ਤੋਂ ਕਾਂਗਰਸੀ ਆਗੂ ਬਲਵਿੰਦਰ ਸਿੰਘ ਨੇ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਆਪਣੇ ਕਈ ਆਗੂਆਂ ਦੇ ਨਾਲ ਅਕਾਲੀ ਦਲ ਦੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਬਲਵਿੰਦਰ ਸਿੰਘ ਸੈਕਤੀਪੁਰ ਪਟਿਆਲਾ ਜ਼ਿਲ੍ਹੇ ਵਿੱਚ ਵੱਡਾ ਰਸੂਖ ਰੱਖਦੇ ਹਨ। ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਦੇ ਹੋਏ ਨਸ਼ੇ ਦੇ ਮੁੱਦੇ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ STF ਪੰਜਾਬ ਪੁਲਿਸ ਦੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੇਠਾਂ ਹੈ। ਨਸ਼ੇ ਦੇ ਵੱਡੇ ਸਮਗਲਰਾਂ ਨੂੰ ਆਖਿਰ ਕਿਉਂ ਨਹੀਂ ਫੜ ਰਹੀ ਸਰਕਾਰ? ਅੱਜ ਨਸ਼ਾ ਘਰ ਘਰ ਪਹੁੰਚ ਰਿਹਾ ਹੈ ਕਿਉਂਕਿ ਉਹਨਾਂ ਨੂੰ ਪੰਜਾਬ ਪੁਲਿਸ ਦੀ ਸਪੋਰਟ ਮਿਲ ਰਹੀ ਹੈ ਅਤੇ ਪੰਜਾਬ ਪੁਲਿਸ ਨੂੰ ਕਾਂਗਰਸੀ ਵਿਧਾਇਕ ਪ੍ਰੋਟੈਕਸ਼ਨ ਦੇ ਰਹੇ ਹਨ, ਜੋ ਕਿ ਮਹੀਨਾ ਲੈ ਰਹੇ ਹਨ। ਜਿਹੜੇ ਥਾਣੇਦਾਰ ਹਨ ਉਹ SHO ਬਣਨਾ ਚਾਹੁੰਦੇ ਹਨ ਅਤੇ ਵਿਧਾਇਕ ਇਹੀ ਕਹਿੰਦੇ ਹਨ ਕਿ SHO ਤਾਂ ਹੀ ਲਗਾਵਾਂਗੇ ਜੇਕਰ ਉਹਨਾਂ ਨੂੰ ਪ੍ਰੋਟੈਕਸ਼ਨ ਮਿਲੇਗੀ।
ਉਹਨਾਂ ਕਿਹਾ ਕਿ ਨਵਜੋਤ ਸਿੱਧੂ ਦੇ ਚਾਰੋਂ ਪਾਸੇ ਅੱਜ ਉਹੀ ਵਿਧਾਇਕ ਹਨ ਜੋ ਸੈਂਡ ਮਾਫੀਆ, ਸ਼ਰਾਬ ਮਾਫੀਆ, ਡਰੱਗ ਤੇ ਕਬਜ਼ਾ ਮਾਫੀਆ ਹਨ। ਮਾਫੀਆ ਦਾ ਪਹਿਲਾ ਲੀਡਰ ਕੈਪਟਨ ਅਮਰਿੰਦਰ ਸਿੰਘ ਸੀ ਤੇ ਹੁਣ ਨਵੀਂ ਤਾਜਪੋਸ਼ੀ ਦੇ ਨਾਲ ਨਵਜੋਤ ਸਿੰਘ ਸਿੱਧੂ ਬਣ ਗਏ ਹਨ। ਪਾਕਿਸਤਾਨ ਦੀ ਆਰਥਿਕ ਸਥਿਤੀ ਦਿਨ ਬ ਦਿਨ ਖਰਾਬ ਹੁੰਦੀ ਜਾ ਰਹੀ ਹੈ। ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਰਕਾਰੀ ਜਾਇਦਾਦਾਂ ਨੂੰ ਜਾਂ ਤਾਂ ਨਿਲਾਮ ਕਰ ਰਹੇ ਹਨ ਜਾਂ ਫਿਰ ਕਿਰਾਏ ਤੇ ਦੇ ਰਹੇ ਹਨ। ਹੁਣ ਇਮਰਾਨ ਖਾਨ ਦੀ ਅਧਿਕਾਰਤ ਰਿਹਾਇਸ਼ ਨੂੰ ਕਿਰਾਏ ਤੇ ਦੇਣ ਦੀ ਨੌਬਤ ਆ ਗਈ ਹੈ। ਇਹ ਘਰ ਇਸਲਾਮਾਬਾਦ ਵਿੱਚ ਸਥਿਤ ਹੈ ਤੇ ਕਿਰਾਏ ਲਈ ਬਾਜ਼ਾਰ ਵਿੱਚ ਉਤਰ ਚੁੱਕਾ ਹੈ। ਅਗਸਤ 2019 ਵਿੱਚ ਸੱਤਾਧਾਰੀ ਪਾਕਿਸਤਾਨ ਤਹਿਰੀਕ ਇਨਸਾਫ ਨੇ ਪ੍ਰਧਾਨ ਮੰਤਰੀ ਦੇ ਘਰ ਨੂੰ ਯੂਨੀਵਰਸਿਟੀ ਵਿੱਚ ਬਦਲਣ ਦੀ ਘੋਸ਼ਣਾ ਕੀਤੀ ਸੀ। ਇਸ ਘੋਸ਼ਣਾ ਦੇ ਬਾਅਦ ਇਮਰਾਨ ਖਾਨ ਨੇ ਘਰ ਖਾਲੀ ਕਰ ਦਿੱਤਾ ਸੀ। ਹੁਣ ਸਰਕਾਰ ਨੇ ਆਪਣਾ ਇਰਾਦਾ ਬਦਲ ਲਿਆ ਹੈ। ਸਮਾਂ ਟੀਵੀ ਦੀ ਰਿਪੋਰਟ ਮੁਤਾਬਕ ਸੰਘੀ ਸਰਕਾਰ ਨੇ ਰਿਹਾਇਸ਼ ਨੂੰ ਯੂਨੀਵਰਸਿਟੀ ਵਿੱਚ ਬਦਲਣ ਦੀ ਯੋਜਨਾ ਛੱਡ ਦਿੱਤੀ ਹੈ ਤੇ ਜਾਇਦਾਦ ਨੂੰ ਕਿਰਾਏ ਤੇ ਦੇਣ ਦਾ ਫੈਸਲਾ ਲਿਆ ਹੈ। ਗੌਰਤਲਬ ਹੈ ਕਿ ਇਮਰਾਨ ਖਾਨ ਦੇ ਸੱਤਾ ਵਿੱਚ ਆਉਣ ਮਗਰੋਂ ਪਾਕਿਸਤਾਨ ਦੀ ਅਰਥ ਵਿਵਸਥਾ 19 ਅਰਬ ਡਾਲਰ ਤੱਕ ਘਟੀ ਹੈ। ਦੇਸ਼ ਦੀ ਅਰਥ ਵਿਵਸਥਾ ਨੂੰ ਰਾਹਤ ਪਹੁੰਚਾਉਣ ਲਈ ਉਹਨਾਂ ਨੇ ਸਰਕਾਰੀ ਖਰਚਿਆਂ ਵਿੱਚ ਕਟੌਤੀ ਵੀ ਕੀਤੀ ਹੈ। ਪੈਗਾਸਸ ਜਾਸੂਸੀ ਮਾਮਲਾ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਹੋਰਨਾਂ ਵਿਰੋਧੀ ਦਲਾਂ ਵੱਲੋਂ ਹੰਗਾਮੇ ਕਾਰਨ ਅੱਜ ਲੋਕ ਸਭਾ ਦੀ ਕਾਰਵਾਈ ਵਿੱਚ ਲਗਾਤਾਰ ਵਿਘਨ ਪਿਆ ਤੇ ਸੰਸਦ ਦੀ ਕਾਰਵਾਈ 2 ਵਾਰ ਰੋਕਣ ਮਗਰੋਂ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਦਨ ਦੇ 8 ਸਾਬਕਾ ਮੈਂਬਰਾਂ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਅਤੇ ਸੰਸਦ ਮੈਂਬਰਾਂ ਨੇ ਇਹਨਾਂ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮਗਰੋਂ ਪ੍ਰਸ਼ਨ ਕਾਲ ਸ਼ੁਰੂ ਹੋਇਆ। ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਸਣੇ ਵਿਰੋਧੀ ਦਲਾਂ ਨੇ ਪੈਗਾਸਸ ਜਾਸੂਸੀ ਮਾਮਲੇ ਬਾਰੇ ਸਦਨ ਵਿੱਚ ਬਹਿਸ ਕਰਨ ਦੀ ਮੰਗ ਨੂੰ ਲੈ ਕੇ ਸਪੀਕਰ ਕੋਲ ਜਾ ਕੇ ਨਾਅਰੇਬਾਜ਼ੀ ਕੀਤੀ। ਇਸ ਸ਼ੋਰ ਵਿੱਚ ਰੇਲ ਰਾਜ ਮੰਤਰੀ ਰਾਓ ਸਾਹਿਬ ਪਾਟਿਲ ਦਾਨਵੇ ਨੇ ਰੁਕੇ ਹੋਏ ਰੇਲ ਪ੍ਰੋਜੈਕਟਾਂ ਦੇ ਸੰਬੰਧ ਵਿੱਚ ਜਵਾਬ ਦਿੱਤੇ। ਇਸ ਦੌਰਾਨ ਵਿਰੋਧੀ ਦਲਾਂ ਦਾ ਰੋਸ ਪ੍ਰਦਰਸ਼ਨ ਜਾਰੀ ਰਿਹਾ ਤੇ ਸਪੀਕਰ ਓਮ ਬਿਰਲਾ ਨੇ ਸੰਸਦ ਮੈਂਬਰਾਂ ਨੂੰ ਲੋਕ ਸਭਾ ਦੀ ਮਰਿਆਦਾ ਭੰਗ ਨਾ ਕਰਨ ਲਈ ਕਿਹਾ। ਇਸ ਦੇ ਬਾਵਜੂਦ ਵਿਰੋਧੀ ਦਲਾਂ ਦਾ ਹੰਗਾਮਾ ਜਾਰੀ ਰਿਹਾ ਤੇ ਸੰਸਦ ਦੀ ਕਾਰਵਾਈ 11:30 ਤੱਕ ਰੋਕ ਦਿੱਤੀ ਗਈ। ਜਦੋਂ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਹੰਗਾਮਾ ਜਾਰੀ ਰਿਹਾ ਤੇ ਭਾਜਪਾ ਦੇ ਵਿਰੋਧੀ ਧਿਰਾਂ ਨੇ ਜਾਸੂਸੀ ਬੰਦ ਕਰੋ ਦੇ ਨਾਅਰੇ ਲਗਾਏ। ਇਸ ਮਗਰੋਂ ਸੰਸਦ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਜਦੋਂ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਪੈਗਾਸਸ ਕਾਂਡ ਤੇ ਖੇਤੀ ਕਾਨੂੰਨਾਂ ਖਿਲਾਫ ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਰੋਕ ਦਿੱਤੀ ਗਈ। ਜ਼ਿਕਰਯੋਗ ਹੈ ਕਿ 19 ਜੁਲਾਈ ਤੋਂ ਸ਼ੁਰੂ ਹੋਏ ਲੋਕ ਸਭਾ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਤੋਂ ਹੀ ਪੈਗਾਸਸ ਮਾਮਲਾ ਤੇ ਖੇਤੀ ਕਾਨੂੰਨਾਂ ਕਾਰਨ ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਹੋਰਨਾਂ ਵਿਰੋਧੀ ਦਲਾਂ ਨੇ ਹਮਲਾਵਰ ਰੁਖ ਅਪਣਾਇਆ ਹੋਇਆ ਹੈ। ਤੇ ਇਸ ਦੇ ਨਾਲ ਹੀ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਵਧੇਰੇ ਖਬਰਾਂ ਦੀ ਜਾਣਕਾਰੀ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮੇਲ USA TV ਦੇ ਨਾਲ ਤੇ ਮੈਨੂੰ ਦੇ ਦਿਓ ਇਜਾਜ਼ਤ। ਧੰਨਵਾਦ।